प्यारे बच्चों, ਅੱਜ ਅਸੀਂ ਕਲਾਸ 10ਵੀਂ ਅਧਿਆਇ 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਵਿੱਚ ਰਸਾਇਣਿਕ ਕਿਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਰੋਟੀ ਪੱਕਦੀ ਦੇਖੀ ਹੋਏਗੀ, ਜਾਂ ਫਿਰ ਲੋਹੇ ਨੂੰ ਆਪਾਂ ਬਰਸਾਤ ਦੇ ਦਿਨਾਂ ਵਿੱਚ ਖੁੱਲ੍ਹਾ ਛੱਡ ਦਈਏ ਤਾਂ ਉਹਨੂੰ ਉਸ ਦੇ ਉੱਪਰ ਭੂਰੇ ਰੰਗ ਦੀ ਪਰਤ ਜੰਮੀ ਦੇਖੀ ਹੋਏਗੀ। ਜਾਂ ਫਿਰ ਕਦੀ ਕਮਰੇ ਦੇ ਤਾਪਮਾਨ 'ਤੇ ਜਦੋਂ ਦੁੱਧ ਨੂੰ ਗਰਮੀਆਂ ਵਿੱਚ ਰੱਖ ਦਈਏ ਤਾਂ ਉਹ ਫਟ ਜਾਂਦਾ ਹੈ। ਅਜਿਹੇ ਹੋਰ ਵੀ ਬਹੁਤ ਸਾਰੇ ਪਰਿਵਰਤਨ ਦੇਖੇ ਹੋਣਗੇ। ਬੱਚੋ, ਅੱਜ ਅਸੀਂ ਪਦਾਰਥਾਂ ਵਿੱਚ ਪਰਿਵਰਤਨਾਂ ਵਿੱਚ ਅਸੀਂ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਭੌਤਿਕ ਪਰਿਵਰਤਨ ਕਿਸ ਨੂੰ ਕਹਿੰਦੇ ਹਨ? ਆਓ ਦੇਖੀਏ ਕਿ ਭੌਤਿਕ ਪਰਿਵਰਤਨ ਕੀ ਹੁੰਦੇ ਹਨ। ਭੌਤਿਕ ਪਰਿਵਰਤਨ ਵਿੱਚ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆਉਂਦਾ ਹੈ। ਭਾਵ ਕਿ ਜੇ ਉਹ ਠੋਸ ਆ ਤਾਂ ਉਸ ਤੋਂ ਕੀ ਬਣ ਜਾਏਗਾ? ਦਰਾਵ। ਜੇ ਦਰਾਵ ਆ ਅਤੇ ਉਸ ਤੋਂ ਗੈਸ ਬਣ ਗਿਆ ਤਾਂ ਅਸੀਂ ਕਿਹੜਾ ਪਰਿਵਰਤਨ ਕਹਾਂਗੇ ਕਿ ਭੌਤਿਕ ਪਰਿਵਰਤਨ ਹੋਇਆ ਹੈ। ਉਦਾਹਰਨ ਦੇ ਤੌਰ 'ਤੇ ਬਰਫ਼ ਤੋਂ ਪਾਣੀ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਇਸੇ ਤਰ੍ਹਾਂ ਪਾਣੀ ਤੋਂ ਜਲ ਵਾਸ਼ਪ ਬਣਨੇ ਵੀ ਕੀ ਹੈ? ਭੌਤਿਕ ਪਰਿਵਰਤਨ। ਸੋ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਨੂੰ ਅਸੀਂ ਕੀ ਕਹਾਂਗੇ? ਭੌਤਿਕ ਪਰਿਵਰਤਨ। ਹੁਣ ਅਸੀਂ ਦੇਖਦੇ ਹਾਂ ਕਿ ਰਸਾਇਣਿਕ ਪਰਿਵਰਤਨ ਕਿਸ ਨੂੰ ਆਖਦੇ ਹਨ। ਰਸਾਇਣਿਕ ਪਰਿਵਰਤਨ ਵਿੱਚ ਕੀ ਹੁੰਦਾ ਹੈ ਕਿ ਨਵੇਂ ਪਦਾਰਥ ਦਾ ਨਿਰਮਾਣ ਹੁੰਦਾ ਹੈ। ਜਿਸ ਪਰਿਵਰਤਨ ਵਿੱਚ ਨਵੇਂ ਪਦਾਰਥ ਦਾ ਨਿਰਮਾਣ ਹੋਵੇ ਉਸ ਨੂੰ ਰਸਾਇਣਿਕ ਪਰਿਵਰਤਨ ਆਖਦੇ ਹਨ। ਭੌਤਿਕ ਪਰਿਵਰਤਨ ਵਿੱਚ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆਉਂਦਾ ਸੀ, ਪਰ ਰਸਾਇਣਿਕ ਪਰਿਵਰਤਨ ਵਿੱਚ ਕੀ ਹੈ? ਨਵੇਂ ਪਦਾਰਥ ਦਾ ਨਿਰਮਾਣ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਲੋਹੇ ਦੀ ਕਿੱਲ ਨੂੰ ਜੰਗਾਲ ਲੱਗਣਾ। ਇਸ ਤਰ੍ਹਾਂ ਕਾਗਜ਼ ਦਾ ਚੱਲਣਾ। ਜਦੋਂ ਕਾਗਜ਼ ਚੱਲਦਾ ਹੈ ਤਾਂ ਇਸ ਤੋਂ CO2 ਅਤੇ ਰਾਖ ਬਣਦੀ ਹੈ। ਦੋ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ, ਰਾਖ ਦਾ ਅਤੇ CO2 ਦਾ। ਸੋ ਜੋ ਦੋ ਨਵੇਂ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ ਉਸ ਤੋਂ ਹੀ ਕਹਿੰਦੇ ਹਾਂ ਕਿ ਪਰਿਵਰਤਨ ਰਸਾਇਣਿਕ ਹੈ। ਇਸੇ ਤਰ੍ਹਾਂ ਫਲਾਂ ਦਾ ਪੱਕਣਾ। ਜਦੋਂ ਫਲ ਪੱਕਦੇ ਹਨ ਤਾਂ ਇਸ ਦੇ ਰੰਗ ਵਿੱਚ, ਸੁਗੰਧ ਵਿੱਚ ਅਤੇ ਆਕਾਰ ਵਿੱਚ ਪਰਿਵਰਤਨ ਆ ਜਾਂਦਾ। ਉਹ ਰਸਾਇਣਿਕ ਕਿਰਿਆ ਦੇ ਕਾਰਨ ਆਉਂਦਾ ਹੈ, ਇਸ ਲਈ ਉਸ ਪਰਿਵਰਤਨ ਨੂੰ ਵੀ ਅਸੀਂ ਰਸਾਇਣਿਕ ਪਰਿਵਰਤਨ ਕਹਿੰਦੇ ਹਾਂ। ਹੁਣ ਅਸੀਂ ਆਪਣੇ ਅਗਲੇ ਟੌਪਿਕ 'ਤੇ ਆਉਂਦੇ ਹਾਂ ਕਿ ਰਸਾਇਣਿਕ ਕਿਰਿਆ ਕੀ ਹੁੰਦੀ ਹੈ। ਜਦੋਂ ਵੀ ਰਸਾਇਣਿਕ ਪਰਿਵਰਤਨ ਹੁੰਦਾ ਹੈ ਤਾਂ ਉਹ ਰਸਾਇਣਿਕ ਕਿਰਿਆ ਦੇ ਕਾਰਨ ਹੀ ਹੁੰਦਾ ਹੈ। ਇੱਕ ਅਸੀਂ ਹੋਰ ਉਦਾਹਰਨ ਲੈਂਦੇ ਹਾਂ ਕਿ ਜਦੋਂ ਮੈਗਨੀਸ਼ੀਅਮ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਮੈਗਨੀਸ਼ੀਅਮ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਕੇ ਬਹੁਤ ਹੀ ਤੇਜ਼ ਚਿੱਟੀ ਚੁੰਧਿਆ ਦੇਣ ਵਾਲੀ ਰੋਸ਼ਨੀ ਨਾਲ ਜਲਦਾ ਹੈ ਤਾਂ ਇੱਕ ਸਫੈਦ ਚੂਰਨ ਬਣਦਾ ਹੈ। ਉਸ ਤੋਂ ਸਫੈਦ ਰਾਖ ਬਣਦੀ ਹੈ, ਜਿਸ ਨੂੰ ਅਸੀਂ ਸਫੈਦ ਚੂਰਨ ਵੀ ਕਹਿੰਦੇ ਹਾਂ। ਸਫੈਦ ਚੂਰਨ ਨੂੰ ਅਸੀਂ ਕੀ ਕਹਿੰਦੇ ਹਾਂ? ਮੈਗਨੀਸ਼ੀਅਮ ਆਕਸਾਈਡ। ਸੋ ਮੈਗਨੀਸ਼ੀਅਮ ਦੇ ਹਵਾ ਵਿੱਚ ਚੱਲਣ ਨੂੰ ਅਸੀਂ ਰਸਾਇਣਿਕ ਕਿਰਿਆ ਕਹਿੰਦੇ ਹਾਂ। ਇਸ ਤੋਂ ਨਵੇਂ ਪਦਾਰਥ ਦਾ ਨਿਰਮਾਣ ਹੁੰਦਾ ਹੈ, ਜਿਸ ਨੂੰ ਮੈਗਨੀਸ਼ੀਅਮ ਆਕਸਾਈਡ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਅਜਿਹੀਆਂ ਬਹੁਤ ਸਾਰੀਆਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਆਲੇ ਦੁਆਲੇ ਰਸਾਇਣਿਕ ਕਿਰਿਆਵਾਂ ਵਾਪਰਦੀਆਂ ਦੇਖੀਆਂ ਹੋਣਗੀਆਂ। ਇਹ ਕਿਰਿਆਵਾਂ ਪੌਦਿਆਂ ਵਿੱਚ ਵੀ ਹੁੰਦੀਆਂ ਹਨ, ਵਾਯੂ ਵਿੱਚ ਵੀ, ਮਿੱਟੀ ਵਿੱਚ ਵੀ ਅਤੇ ਜੀਵਾਂ ਵਿੱਚ ਵੀ। ਸੋ ਜੇਕਰ ਰਸਾਇਣਿਕ ਕਿਰਿਆ ਜਦੋਂ ਹੁੰਦੀ ਹੈ ਤਾਂ ਇਸ ਨੂੰ ਅਵਸਥਾ ਦੇ ਆਧਾਰ 'ਤੇ, ਰੰਗ ਵਿੱਚ ਪਰਿਵਰਤਨ ਦੇ ਆਧਾਰ 'ਤੇ, ਜਾਂ ਗੈਸ ਦੀ ਉਤਪਤੀ ਹੁੰਦੀ ਹੋਵੇ ਜਾਂ ਤਾਪਮਾਨ ਵਿੱਚ ਪਰਿਵਰਤਨ ਹੋਇਆ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਵਾਪਰੀ ਹੈ। ਰਸਾਇਣਿਕ ਸਮੀਕਰਨ ਅਗਲਾ ਟੌਪਿਕ ਹੈ। ਰਸਾਇਣਿਕ ਸਮੀਕਰਨ। ਅਸੀਂ ਦੇਖਿਆ ਕਿ ਜਦੋਂ ਮੈਗਨੀਸ਼ੀਅਮ ਨੂੰ ਹਵਾ ਵਿੱਚ ਜਲਾਉਂਦੇ ਹਾਂ ਤਾਂ ਮੈਗਨੀਸ਼ੀਅਮ ਆਕਸਾਈਡ ਪੈਦਾ ਹੁੰਦਾ ਹੈ। ਜੇਕਰ ਅਸੀਂ ਇਸ ਨੂੰ ਲਿਖੀਏ ਤਾਂ ਅਸੀਂ ਐਵੇਂ ਲਿਖਾਂਗੇ ਕਿ ਮੈਗਨੀਸ਼ੀਅਮ ਪਲੱਸ ਆਕਸੀਜਨ, ਤੀਰ ਦਾ ਨਿਸ਼ਾਨ ਲਗਾਵਾਂਗੇ, ਅਤੇ ਮੈਗਨੀਸ਼ੀਅਮ ਆਕਸਾਈਡ। ਸੋ ਇਸ ਨੂੰ ਸ਼ਬਦ ਸਰੂਪ ਵਿੱਚ ਲਿਖਣ ਨੂੰ ਕੀ ਕਹਿ ਦਿੰਦੇ? ਰਸਾਇਣਿਕ ਸਮੀਕਰਨ। ਜਿਹੜੇ ਪਦਾਰਥ ਜਾਂ ਤੱਤ ਭਾਗ ਲੈਂਦੇ ਨੇ ਰਸਾਇਣਿਕ ਕਿਰਿਆ ਦੇ ਵਿੱਚ ਉਸ ਨੂੰ ਅਸੀਂ ਅਭਿਕਾਰਕ ਕਹਿੰਦੇ ਹਾਂ।
ਤੇ ਜਿਹੜੇ ਪਦਾਰਥ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਅਸੀਂ ਉਤਪਾਦ ਕਹਿੰਦੇ ਹਾਂ। ਸਮੀਕਰਨ ਦੇ ਵਿੱਚ ਅਭਿਕਾਰਿਕਾਂ ਅਤੇ ਉਤਪਾਦਾਂ ਦੇ ਵਿਚਕਾਰ ਪਲੱਸ ਦੇ ਨਿਸ਼ਾਨ ਪਾਇਆ ਜਾਂਦਾ ਹੈ। ਅਭਿਕਾਰਿਕਾਂ ਅਤੇ ਉਤਪਾਦਾਂ ਦੇ ਵਿਚਕਾਰ ਤੀਰ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਤੀਰ ਦੀ ਦਿਸ਼ਾ ਜਿਹੜੀ ਹੈ ਉਤਪਾਦ ਵੱਲ ਰੱਖੀ ਜਾਂਦੀ ਹੈ। ਸੋ ਅਭਿਕਾਰਕ ਹਮੇਸ਼ਾ ਖੱਬੇ ਪਾਸੇ ਹੁੰਦੇ ਹਨ ਅਤੇ ਉਤਪਾਦ ਸੱਜੇ ਪਾਸੇ। ਸੋ ਜਿਨ੍ਹਾਂ ਪਦਾਰਥਾਂ ਵਿੱਚ ਰਸਾਇਣਿਕ ਪਰਿਵਰਤਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਾਂ ਆਪਾਂ? ਅਭਿਕਾਰਕ। ਜਿਹੜੇ ਪਦਾਰਥ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਉਤਪਾਦ। ਇਸ ਕਿਰਿਆ ਦੇ ਉਪਰੰਤ ਨਵੇਂ ਪਦਾਰਥ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਾਂ? ਉਤਪਾਦ। ਰਸਾਇਣਿਕ ਸਮੀਕਰਨ ਲਿਖਣਾ। ਰਸਾਇਣਿਕ ਸਮੀਕਰਨ ਨੂੰ ਅਸੀਂ ਰਸਾਇਣਿਕ ਸੂਤਰ ਦਾ ਉਪਯੋਗ ਕਰਕੇ ਲਿਖ ਸਕਦੇ ਹਾਂ। ਜਿਵੇਂ ਮੈਗਨੀਸ਼ੀਅਮ ਜਦੋਂ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਕੇ ਬਣਾਉਂਦਾ ਹੈ ਮੈਗਨੀਸ਼ੀਅਮ ਆਕਸਾਈਡ। ਮੈਗਨੀਸ਼ੀਅਮ ਦੀ ਜਗ੍ਹਾ 'ਤੇ ਅਸੀਂ ਲਿਖਾਂਗੇ ਮੈਗਨੀਸ਼ੀਅਮ ਦਾ ਸੰਕੇਤ Mg ਪਲੱਸ ਆਕਸੀਜਨ ਦੇ ਪਰਮਾਣੂ O2 ਲਿਖਾਂਗੇ। ਮੈਗਨੀਸ਼ੀਅਮ ਆਕਸਾਈਡ MgO। ਮੈਗਨੀਸ਼ੀਅਮ ਅਤੇ ਆਕਸੀਜਨ ਨੇ ਕਿਰਿਆ ਕੀਤੀ, ਇਹਨਾਂ ਨੂੰ ਅਸੀਂ ਖੱਬੇ ਪਾਸੇ ਲਿਖਾਂਗੇ। ਮੈਗਨੀਸ਼ੀਅਮ ਆਕਸਾਈਡ ਦਾ ਨਿਰਮਾਣ ਹੋਇਆ, ਇਸ ਨੂੰ ਸੱਜੇ ਪਾਸੇ ਲਿਖਾਂਗੇ। ਹੁਣ ਅਭਿਕਾਰਕਾਂ ਅਤੇ ਉਤਪਾਦਾਂ ਦੇ ਵਿਚਕਾਰ ਕਿਹੜਾ ਨਿਸ਼ਾਨ ਲਗਾਵਾਂਗੇ? ਤੀਰ ਦਾ। ਅਭਿਕਾਰਕਾਂ ਦੇ ਵਿਚਕਾਰ ਕਿਹੜਾ ਨਿਸ਼ਾਨ ਲਗਾਵਾਂਗੇ? ਪਲੱਸ ਦਾ। ਸੋ ਬੱਚੇ ਹੁਣ ਅਸੀਂ ਦੇਖਾਂਗੇ ਕਿ ਸਮੀਕਰਨ ਦੇ ਵਿੱਚ ਅਭਿਕਾਰਕਾਂ ਅਤੇ ਉਤਪਾਦਾਂ ਵਿੱਚ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ। ਅਭਿਕਾਰਕਾਂ ਵਿੱਚ ਦੇਖਦੇ ਹਾਂ ਜਾਂ ਖੱਬੇ ਪਾਸੇ ਮੈਗਨੀਸ਼ੀਅਮ ਦੇ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ? 1। ਆਕਸੀਜਨ ਦੇ ਪਰਮਾਣੂ ਦੀ ਸੰਖਿਆ ਕਿੰਨੀ ਹੈ? 2। ਹੁਣ ਅਸੀਂ ਸੱਜੇ ਪਾਸੇ ਆਉਂਦੇ ਹਾਂ। ਸੱਜੇ ਪਾਸੇ ਮੈਗਨੀਸ਼ੀਅਮ ਦੇ ਪਰਮਾਣੂਆਂ ਦੀ ਸੰਖਿਆ ਹੈ 1। ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ? 1। ਇਸ ਵਿੱਚ ਬੱਚੋ ਪਰਮਾਣੂਆਂ ਦੀ ਸੰਖਿਆ ਅਲੱਗ-ਅਲੱਗ ਹੈ। ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਖੱਬੇ ਪਾਸੇ 2 ਹੈ ਅਤੇ ਸੱਜੇ ਪਾਸੇ ਕਿੰਨੀ ਹੈ? 1। ਸੋ ਜਿਸ ਵਿੱਚ ਪਰਮਾਣੂਆਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ, ਜਿਸ ਸਮੀਕਰਨ ਵਿੱਚ ਪਰਮਾਣੂਆਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ, ਉਸ ਨੂੰ ਅਸੀਂ ਅਸੰਤੁਲਿਤ ਸਮੀਕਰਨ ਕਹਿੰਦੇ ਹਾਂ ਜਾਂ ਇਸ ਨੂੰ ਪਿੰਜਰ ਸਮੀਕਰਨ ਵੀ ਕਿਹਾ ਜਾਂਦਾ ਹੈ। ਇੰਗਲਿਸ਼ ਵਿੱਚ ਇਸ ਨੂੰ ਸਕੈਲਟਲ ਕੈਮੀਕਲ ਰਿਐਕਸ਼ਨ ਕਿਹਾ ਜਾਂਦਾ ਹੈ। ਸੋ ਅਸੰਤੁਲਿਤ ਸਮੀਕਰਨ ਕਿਸ ਨੂੰ ਕਹਿੰਦੇ ਹਾਂ? ਜਿਸ ਵਿੱਚ ਖੱਬੇ ਪਾਸੇ ਅਤੇ ਸੱਜੇ ਪਾਸੇ ਪਰਮਾਣੂਆਂ ਦੀ ਸੰਖਿਆ ਬਰਾਬਰ ਨਹੀਂ ਹੈ ਜਾਂ ਤੀਰ ਦੇ ਦੋਨਾਂ ਪਾਸੇ ਪਰਮਾਣੂਆਂ ਦੀ ਸੰਖਿਆ ਬਰਾਬਰ ਨਾ ਹੋਵੇ, ਉਸ ਨੂੰ ਅਸੰਤੁਲਿਤ ਸਮੀਕਰਨ ਕਿਹਾ ਜਾਂਦਾ ਹੈ। ਹੁਣ ਸਾਡਾ ਅਗਲਾ ਟੌਪਿਕ ਹੈ ਸੰਤੁਲਿਤ ਰਸਾਇਣਿਕ ਸਮੀਕਰਨ ਦੀ ਮਹੱਤਤਾ। ਤੁਸੀਂ ਪਿਛਲੀ 9ਵੀਂ ਕਲਾਸ ਵਿੱਚ ਪੁੰਜ ਦੇ ਸੁਰੱਖਿਆ ਨਿਯਮ ਪੜ੍ਹਿਆ ਹੈ। ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਭਾਵ ਰਸਾਇਣਿਕ ਕਿਰਿਆ ਵਿੱਚ ਅਭਿਕਾਰਕਾਂ ਵਿੱਚ ਮੌਜੂਦ ਤੱਤਾਂ ਦਾ ਕੁੱਲ ਪੁੰਜ ਉਤਪਾਦਾਂ ਵਿੱਚ ਮੌਜੂਦ ਤੱਤਾਂ ਦੇ ਕੁੱਲ ਪੁੰਜ ਦੇ ਕੀ ਹੁੰਦਾ ਹੈ? ਬਰਾਬਰ। ਆਓ ਇੱਕ ਉਦਾਹਰਨ ਲੈਂਦੇ ਹਾਂ ਅਸੀਂ। ਜ਼ਿੰਕ ਪਲੱਸ ਸਲਫਿਊਰਿਕ ਐਸਿਡ, ਜ਼ਿੰਕ ਸਲਫੇਟ ਪਲੱਸ ਹਾਈਡਰੋਜਨ। ਸਮੀਕਰਨ ਲਈ ਜ਼ਿੰਕ ਦਾ ਸੰਕੇਤ Zn, ਸਲਫਿਊਰਿਕ ਐਸਿਡ H2SO4, ਜ਼ਿੰਕ ਸਲਫੇਟ ZnSO4 ਪਲੱਸ ਹਾਈਡਰੋਜਨ। ਹੁਣ ਅਸੀਂ ਦੇਖਦੇ ਹਾਂ ਕਿ ਅਭਿਕਾਰਕਾਂ ਵਿੱਚ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ ਅਤੇ ਉਤਪਾਦਾਂ ਵਿੱਚ ਕਿੰਨੀ ਹੈ। ਅਭਿਕਾਰਕਾਂ ਵਿੱਚ ਜ਼ਿੰਕ ਦੇ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ? 1। ਹਾਈਡਰੋਜਨ ਦੇ ਪਰਮਾਣੂ ਕਿੰਨੇ ਹਨ? 2। ਸਲਫਰ ਦੇ ਕਿੰਨੇ ਹਨ? 1। ਆਕਸੀਜਨ ਦੇ ਪਰਮਾਣੂ ਕਿੰਨੇ ਹਨ? 4। ਇਸੇ ਤਰ੍ਹਾਂ ਉਤਪਾਦਾਂ ਵਿੱਚ ਦੇਖਦੇ ਹਾਂ ਜ਼ਿੰਕ ਦੇ ਪਰਮਾਣੂ ਦੀ ਸੰਖਿਆ ਕਿੰਨੀ ਹੈ? 1। ਸਲਫਰ ਦੀ 1। ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ? 4 ਅਤੇ ਹਾਈਡਰੋਜਨ ਦੇ ਪਰਮਾਣੂਆਂ ਦੀ ਸੰਖਿਆ ਕਿੰਨੀ ਹੈ? 2। ਹੁਣ ਅਸੀਂ ਦੇਖੀਏ
ਤਾਂ ਇਹਦੇ ਵਿੱਚ ਵੀ ਸਲਫਰ ਦਾ ਇੱਕ ਆ, ਇੱਧਰ ਵੀ ਸਲਫਰ ਦਾ ਇੱਕ ਆ, ਜ਼ਿੰਕ ਦਾ ਇੱਕ ਆ, ਇੱਧਰ ਵੀ ਜ਼ਿੰਕ ਦੇ ਪਰਮਾਣੂ ਇੱਕ ਆ। ਇੱਧਰ ਆਕਸੀਜਨ ਦੇ 4 ਨੇ ਤੇ ਇੱਧਰ ਵੀ ਆਕਸੀਜਨ ਦੇ ਕਿੰਨੇ ਹਨ? 4। ਹਾਈਡਰੋਜਨ ਦੇ ਇੱਧਰ 2 ਹਨ ਪਰਮਾਣੂ ਤੇ ਇੱਧਰ ਵੀ ਕਿੰਨੇ ਹਨ? 2। ਇਹਨਾਂ ਵਿੱਚ ਤੀਰ ਦੇ ਦੋਨਾਂ ਪਾਸੇ ਪਰਮਾਣੂਆਂ ਦੀ ਸੰਖਿਆ ਕੀ ਆ? ਬਰਾਬਰ। ਸੋ ਅਜਿਹੀ ਸਮੀਕਰਨ ਨੂੰ ਅਸੀਂ ਕਹਾਂਗੇ ਸੰਤੁਲਿਤ ਰਸਾਇਣਿਕ ਸਮੀਕਰਨ, ਜਿਸ ਵਿੱਚ ਅਭਿਕਾਰਕਾਂ ਵਿੱਚ ਅਤੇ ਉਤਪਾਦਾਂ ਵਿੱਚ ਦੋਵਾਂ ਵਿੱਚ ਪਰਮਾਣੂਆਂ ਦੀ ਸੰਖਿਆ ਬਰਾਬਰ ਹੋਵੇ। ਉਸ ਸਮੀਕਰਨ ਨੂੰ ਅਸੀਂ ਸੰਤੁਲਿਤ ਰਸਾਇਣਿਕ ਸਮੀਕਰਨ ਕਹਿੰਦੇ ਹਾਂ। ਜਾਂ ਤੀਰ ਦੇ ਨਿਸ਼ਾਨ ਦੇ ਦੋਵੇਂ ਪਾਸੇ ਪਰਮਾਣੂਆਂ ਦੀ ਸੰਖਿਆ ਬਰਾਬਰ ਹੋਵੇ ਤਾਂ ਉਸ ਸਮੀਕਰਨ ਨੂੰ ਅਸੀਂ ਸੰਤੁਲਿਤ ਸਮੀਕਰਨ ਕਹਿੰਦੇ ਹਾਂ।